GNDS ਅਕੈਡਮੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਬਿਨਾਂ ਕਿਸੇ ਦੇਰੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਪਹਿਲਾ ਵਿਸ਼ਵ ਯੁੱਧ ਅਤੇ ਦੂਜਾ ਵਿਸ਼ਵ ਯੁੱਧ। ਪਹਿਲਾ ਵਿਸ਼ਵ ਯੁੱਧ ਦਾ ਜਿਹੜਾ ਟੌਪਿਕ ਆਪਾਂ ਇਹ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲਾਂ ਇਹ ਯੁੱਧ ਚੱਲਿਆ ਜੀ 1914 ਤੋਂ 1918 ਈਸਵੀ ਦੇ ਤੱਕ। ਪਹਿਲਾ ਵਿਸ਼ਵ ਯੁੱਧ ਜਿਹੜਾ ਹੈਗਾ 28 ਜੁਲਾਈ 1914 ਨੂੰ ਸ਼ੁਰੂ ਹੁੰਦਾ ਅਤੇ 11 ਨਵੰਬਰ 1918 ਨੂੰ ਸਮਾਪਤ ਹੁੰਦਾ। ਇਹ ਦੋਨਾਂ ਡੇਟਸ ਨੂੰ ਜਿਹੜੀਆਂ ਹੈਗੀਆਂ ਧਿਆਨ 'ਚ ਰੱਖਣਾ। 28 ਜੁਲਾਈ 1914 ਨੂੰ ਸ਼ੁਰੂ ਹੁੰਦਾ ਅਤੇ 11 ਨਵੰਬਰ 1918 ਨੂੰ ਇਹ ਸਮਾਪਤ ਹੁੰਦਾ ਜੀ। ਇਹ 'ਚੋਂ ਸਿੱਧਾ ਕੁਐਸਚਨ ਆ ਜਾਂਦਾ ਹੁੰਦਾ ਕਈ ਵਾਰ, ਸੋ ਇਸ ਕਰਕੇ ਇਸ ਨੂੰ ਧਿਆਨ 'ਚ ਰੱਖਣਾ। ਇਸ ਸਮੇਂ ਸੰਸਾਰ ਹੈ ਜਿਹੜਾ ਉਹ ਦੋ ਗੁੱਟਾਂ ਦੇ ਵਿੱਚ ਵੰਡਿਆ ਜਾਂਦਾ। ਪਹਿਲਾ ਗੁੱਟ ਹੈਗਾ ਜਿਹਦੇ ਵਿੱਚ ਫਰਾਂਸ, ਇੰਗਲੈਂਡ, ਰੂਸ, ਸਰਬੀਆ ਅਤੇ ਅਮਰੀਕਾ ਦੇ ਨਾਲ ਦੀ ਨਾਲ ਇਟਲੀ ਇਹਦੇ ਵਿੱਚ ਸ਼ਾਮਲ ਹੁੰਦਾ ਹੈ। ਅਤੇ ਦੂਜਾ ਗੁੱਟ ਹੈ ਜਿਹੜਾ ਉਸ ਦੇ ਵਿੱਚ ਹੈਗਾ ਜੀ ਜਰਮਨੀ, ਆਸਟਰੀਆ, ਤੁਰਕੀ, ਬਲਗੇਰੀਆ, ਇਹ ਇਹਨਾਂ ਦੇ ਸਾਥੀ ਹੈਗੇ। ਸੋ ਜਦੋਂ ਇਹ ਦੋਨਾਂ ਗੁੱਟਾਂ ਦੇ ਵਿੱਚ ਵੰਡਿਆ ਜਾਂਦਾ ਤਾਂ ਜਿਹੜਾ ਇਟਲੀ ਹੈ ਇਹ ਬਾਅਦ ਦੇ ਵਿੱਚ ਜਾ ਕੇ ਇਹਨਾਂ ਦਾ ਸਾਥ ਦਿੰਦਾ। ਇਹ ਚੀਜ਼ ਧਿਆਨ 'ਚ ਰੱਖਣੀ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਿਹੜਾ ਅਮਰੀਕਾ ਹੈ ਉਹਦਾ ਰਾਸ਼ਟਰਪਤੀ ਸੀਗਾ ਜੀ ਜਿਹੜਾ ਵੁਡਰੋ ਵਿਲਸਨ ਸੀ। ਇਹਨੂੰ ਵੀ ਧਿਆਨ 'ਚ ਰੱਖਣਾ। ਸਿੱਧਾ ਕੁਐਸਚਨ ਆ ਜਾਂਦਾ ਹੁੰਦਾ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ, ਤਾਂ ਉਹ ਵੁਡਰੋ ਵਿਲਸਨ ਸੀਗਾ ਜੀ। ਅੰਤਰਰਾਸ਼ਟਰੀ ਸੰਕਟ ਹੈ ਜਿਹੜਾ ਮੋਰੱਕੋ ਸੰਕਟ 1905 ਈਸਵੀ ਦੇ ਵਿੱਚ ਆਉਂਦਾ ਹੈ। ਇਹਦੇ ਵਿੱਚ ਦੋਵੇਂ ਧੜੇ ਹੈ ਜਿਹੜਾ ਉਹ ਆਪਣਾ ਆਪਣਾ ਅਧਿਕਾਰ ਚਾਹੁੰਦੇ ਹੁੰਦੇ ਹੈ, ਜਿਵੇਂ ਆਪਾਂ ਪਹਿਲਾਂ ਕਰਕੇ ਹਟੇ ਹਾਂ। ਜਿਹੜੇ ਦੋਨੇ ਧੜੇ ਹੈ ਇਹ ਆਪਣਾ ਅਧਿਕਾਰ ਚਾਹੁੰਦੇ ਹੁੰਦੇ ਆ ਮੋਰੱਕੋ 'ਤੇ। ਅਤੇ ਜਦੋਂ ਇਹ ਮੋਰੱਕੋ ਦਾ ਸੰਕਟ ਵੱਧ ਜਾਂਦਾ ਤਾਂ ਇਹ ਵੀ ਇਹਦਾ ਕਾਰਨ ਬਣਦਾ ਹੈ। ਉਸ ਤੋਂ ਬਾਅਦ 'ਚ ਫਰਾਂਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਮਾਰਚ 1905 ਈਸਵੀ ਦੇ ਵਿੱਚ ਜਰਮਨ ਸਮਰਾਟ ਹੈ ਜਿਹੜਾ ਵਿਲੀਅਮ ਦੂਜਾ ਉਹ ਮੋਰੱਕੋ ਦੀ ਬੰਦਰਗਾਹ ਦੇਜੀਆਰ 'ਤੇ ਪਹੁੰਚ ਜਾਂਦਾ ਹੈ। ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਜੀ ਰੂਜ਼ਵੈਲਟ ਅਤੇ ਫਰਾਂਸ ਦਾ ਪ੍ਰਧਾਨ ਮੰਤਰੀ ਰੂਵੀਅਰ ਹੈ ਜਿਹੜਾ ਉਹਦੇ ਯਤਨਾਂ ਸਦਕਾ ਜਿਹੜਾ ਹੈਗਾ ਮੋਰੱਕੋ ਸੰਕਟ ਟਲ ਜਾਂਦਾ ਗਾ, ਭਾਵ ਜਿਹੜਾ ਇਹ ਯੁੱਧ ਹੋਣਾ ਹੁੰਦਾ ਇਹ ਟਲ ਜਾਂਦਾ ਗਾ। ਬੋਸਨੀਆ ਸੰਕਟ ਆਉਂਦਾ ਜੀ ਫਿਰ। ਇਹਦੇ ਵਿੱਚ 1908 ਈਸਵੀ ਦੇ ਵਿੱਚ ਆਸਟਰੀਆ ਅਧਿਕਾਰ ਚਾਹੁੰਦਾ ਹੁੰਦਾ ਹੈ। ਫਰਾਂਸ ਅਤੇ ਇਟਲੀ ਨੇ ਆਸਟਰੀਆ 'ਤੇ ਸੰਧੀ ਭੰਗ ਕਰਨ ਦੇ ਦੋਸ਼ ਲੱਗਦੇ ਹੈਗੇ। ਫਰਾਂਸ ਕਹਿੰਦਾ ਜਿਹੜਾ ਹੈਗਾ ਨਾਲ ਇਟਲੀ ਉਹ ਕਿ ਆਸਟਰੀਆ ਨੇ ਜਿਹੜਾ ਹੈਗਾ ਬੋਸਨੀਆ ਸੰਕਟ ਤਾਂ ਪੈਦਾ ਕੀਤਾ ਕਿਉਂਕਿ ਉਸਨੇ ਉਹ ਸੰਧੀ ਦੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਮੰਨਿਆ ਨਹੀਂ, ਉਹ ਸ਼ਰਤਾਂ ਨੂੰ ਤੋੜ ਦਿੱਤਾ। ਪਹਿਲਾ ਅਤੇ ਦੂਜਾ ਬਲਕਾਨ ਯੁੱਧ ਹੁੰਦੇ ਆ 1912 ਤੋਂ 15 ਈਸਵੀ ਦੇ ਵਿੱਚ। ਇਹ ਸਾਰੇ ਉਹ ਕਾਰਨ ਹੈ ਜਿਹੜੇ ਯੁੱਧ ਵੱਲ ਲੈ ਕੇ ਜਾਂਦੇ ਹੈਗੇ, ਜਿਹੜੇ ਹਾਲਾਤ ਹੈ। ਪਹਿਲਾ ਅਤੇ ਦੂਜਾ ਬਲਕਾਨ ਯੁੱਧ, ਮੋਰੱਕੋ ਸੰਕਟ ਅਤੇ ਬੋਸਨੀਆ ਜਿਹੜਾ ਹੈਗਾ ਇਹ ਸੰਕਟ ਆ ਸਾਰੇ ਜਿਹੜਾ ਹੈ ਇਹਦੇ ਕਰਕੇ ਜਿਹੜਾ ਹੈਗਾ ਇਹ ਬੋਸਨੀਆ ਸੰਕਟ ਕਰਕੇ ਅਤੇ ਪਹਿਲਾ ਅਤੇ ਦੂਜਾ ਬਲਕਾਨ ਯੁੱਧ ਕਰਕੇ, ਇਹਨਾਂ ਕਾਰਨਾਂ ਕਰਕੇ ਜਿਹੜਾ ਇਹ ਭਾਵ ਕੀ ਹੈ ਇੱਕ ਸੰਸਾਰ ਦੇ ਵਿੱਚ ਦੋਨਾਂ ਗੁੱਟਾਂ ਦੇ ਵਿੱਚ ਇੱਕ ਵਿਰੋਧਤਾ ਪੈਦਾ ਹੋ ਜਾਂਦੀ ਹੈ। ਅਤੇ ਇਹਦਾ ਤਤਕਾਲੀਨ ਕਾਰਨ ਕੀ ਹੁੰਦਾ ਜੀ ਕਿ ਆਰਕ ਡਿਊਕ ਫਰਡੀਨੈਂਡ ਹੈ ਇਹਦਾ ਕਤਲ ਹੋ ਜਾਂਦਾ 28 ਜੂਨ 1914 ਈਸਵੀ ਨੂੰ। ਇਹ ਆਪਣੀ ਪਤਨੀ ਦੇ ਨਾਲ ਸਾਰਾਯੋਵਾ ਵਿੱਚ ਸਰਬੀਆ ਦੇ ਨੌਜਵਾਨ ਹੈ ਜਿਹੜਾ ਪ੍ਰਿੰਸਪ ਉਹ ਇਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਦਾ। ਇਹਦੀ ਪਤਨੀ ਦੇ ਨਾਲ ਜਿਹੜਾ ਹੈਗਾ ਨੌਜਵਾਨ ਪ੍ਰਿੰਸਪ ਹੈ ਜਿਹੜੀ ਇੱਕ ਕ੍ਰਾਂਤੀਕਾਰੀ ਦਲ ਸੀ ਲਾਲ ਹੱਥ ਜਿਹੜਾ ਦਲ, ਉਹਦੇ ਕਰਕੇ ਜਿਹੜਾ ਹੈਗਾ ਇਹ ਕਤਲ ਕੀਤਾ ਜਾਂਦਾ। ਅੱਗੇ ਹੈਗਾ ਜੀ ਆਸਟਰੀਆ ਨੇ ਇਸ ਕਤਲ ਪਿੱਛੋਂ ਸਰਬੀਆ ਵਿਰੁੱਧ ਯੁੱਧ ਦਾ ਐਲਾਨ ਕੀਤਾ। ਰੂਸ ਨੇ ਜਿਹੜਾ ਹੈਗਾ ਇੱਥੇ ਨੇ ਹੈ ਰੂਸ ਨੇ ਸਰਬੀਆ ਦਾ ਪੱਖ ਲਿਆ ਅਤੇ ਜਰਮਨੀ ਨੇ ਆਸਟਰੀਆ ਦਾ ਸਾਥ ਦਿੱਤਾ। ਭਾਵ ਕੀ ਹੈ ਦੋਨੇ ਗੁੱਟ ਹੈ ਜਿਹੜੇ ਇੱਕ ਤਰ੍ਹਾਂ ਨਾਲ ਗੁੱਟਬੰਦੀ ਜਿਹੜੀ ਹੈਗੀ ਹੈ ਸੰਸਾਰ ਦੇ ਵਿੱਚ ਉਹ ਪ੍ਰਪੱਕ ਰੂਪ ਦੇ ਵਿੱਚ ਸਾਹਮਣੇ ਆ ਗਈ। ਇਸ ਯੁੱਧ ਵਿੱਚ 37 ਦੇਸ਼ਾਂ ਨੇ ਭਾਗ ਲਿਆ ਟੋਟਲ। ਰੂਸ ਸਭ ਤੋਂ ਵੱਧ ਸੈਨਾ ਵਾਲਾ ਦੇਸ਼ ਸੀ। ਯੁੱਧ ਤੋਂ ਬਾਅਦ ਰਾਸ਼ਟਰ ਸੰਘ ਦੀ ਸਥਾਪਨਾ ਹੁੰਦੀ ਹੈ ਜੀ ਜਦੋਂ ਯੁੱਧ ਸਮਾਪਤ ਹੋ ਜਾਂਦਾ। ਇਹਦਾ ਮਕਸਦ ਇਹ ਹੁੰਦਾ ਕਿ ਰਾਸ਼ਟਰ ਸੰਘ ਦਾ ਕਿ ਜਿਹੜੇ ਹੈਗੇ ਹੈ ਇਸ ਤੋਂ ਬਾਅਦ 'ਚ ਕੋਈ ਯੁੱਧ ਨਾ ਹੋਵੇ, ਹੈ ਨਾ, ਤਾਂ ਕਰਕੇ ਇੱਕ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਜਾਂਦੀ ਹੈ। ਫਿਰ ਪੈਰਿਸ ਦੇ ਵਿੱਚ ਸ਼ਾਂਤੀ ਸੰਮੇਲਨ ਚੱਲਦੇ ਆ। 27 ਦੇਸ਼ਾਂ ਨੇ ਇਹਦੇ ਵਿੱਚ ਭਾਗ ਲੈਂਦੇ ਆ। ਇਹ ਸੰਮੇਲਨ 18 ਜੂਨ 1914 ਨੂੰ ਪੈਰਿਸ ਦੇ ਵਿੱਚ ਹੁੰਦਾ। ਕਈ ਵਾਰ ਸਿੱਧਾ ਪੁੱਛਿਆ ਜਾਂਦਾ ਕਿ ਪੈਰਿਸ ਸ਼ਾਂਤੀ ਸੰਮੇਲਨ ਕਿਹੜੇ ਦਿਨ ਸ਼ੁਰੂ ਹੋਇਆ, ਤਾਂ 18 ਜੂਨ 1914 ਨੂੰ। ਕਾਲਾ ਹੱਥ ਸੰਸਥਾ ਜਿਹੜੀ ਉਹ ਸਰਬੀਆ ਦੀ ਕ੍ਰਾਂਤੀਕਾਰੀ ਸੰਸਥਾ ਸੀ। ਇਸ ਦਾ ਹੀ ਸੰਸਥਾ ਦਾ ਜਿਹੜਾ ਹੈਗਾ ਸੀਗਾ ਇੱਕ ਨੌਜਵਾਨ ਜਿਸ ਨੇ ਜਿਹੜਾ ਹੈਗਾ ਉਹਦਾ ਕਤਲ ਕੀਤਾ ਸੀਗਾ ਰਾਜਕੁਮਾਰ ਦਾ। 1 ਅਗਸਤ 1914 ਨੂੰ ਜਰਮਨੀ ਨੇ ਰੂਸ 'ਤੇ ਹਮਲਾ ਕੀਤਾ। ਠੀਕ ਹੈ ਜੀ, 1 ਅਗਸਤ 1914 ਨੂੰ ਜਿਹੜਾ ਹੈਗਾ ਜਰਮਨੀ ਰੂਸ 'ਤੇ ਅਟੈਕ ਕਰਦਾ ਹੈਗਾ ਜਦੋਂ ਇਹ ਯੁੱਧ ਜਿਹੜਾ ਹੈਗਾ ਸ਼ੁਰੂ ਹੋਇਆ ਹੁੰਦਾ। ਤਾਂ ਅੱਗੇ ਹੈਗਾ ਜੀ ਸਾਡਾ ਜਰਮਨੀ 'ਤੇ ਯੁੱਧ ਤੋਂ ਬਾਅਦ 6 ਅਰਬ 50 ਕਰੋੜ ਦਾ ਜਿਹੜਾ ਜੁਰਮਾਨਾ ਲਗਾਇਆ ਜਾਂਦਾ ਹੈ। ਸਿੱਧਾ ਪੁੱਛਿਆ ਜਾਂਦਾ ਕਈ ਵਾਰ ਜਰਮਨੀ ਨੂੰ ਇਸ ਯੁੱਧ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਉਠਾਉਣਾ ਪੈਂਦਾ ਅਤੇ ਉਹਦੇ 'ਤੇ 6 ਅਰਬ 50 ਕਰੋੜ ਦਾ ਜੁਰਮਾਨਾ ਲਗਾਇਆ ਜਾਂਦਾ। ਟੋਟਲੀ ਜਿਹੜਾ ਰਾਸ਼ਟਰ ਸੰਘ ਹੈ
ਤੇ ਉਸ ਤੋਂ ਪਹਿਲਾਂ ਜਿਹੜਾ ਪੈਰਿਸ ਸ਼ਾਂਤੀ ਸੰਮੇਲਨ ਹੁੰਦਾ ਹੈ, ਉਹਦੇ ਵਿੱਚ ਜਿਹੜੀਆਂ ਸ਼ਰਤਾਂ ਤੇ ਜਿਹੜੀਆਂ ਪਾਲਿਸੀਆਂ ਨੂੰ ਅਡੋਪਟ ਕੀਤਾ ਜਾਂਦਾ ਤੇ ਜਰਮਨੀ 'ਤੇ ਥੋਪਿਆ ਜਾਂਦਾ, ਉਹਦੇ ਨਾਲ ਦੂਜੇ ਜਿਹੜੇ ਯੁੱਧ ਦੇ ਆ ਉਹ ਬੀ ਬੁੱਝ ਜਾਂਦੇ ਆ। ਇਸੇ ਕਰਕੇ ਇਹ ਵੀ ਕਿਹਾ ਜਾਂਦਾ ਕਿ ਪੈਰਿਸ ਸ਼ਾਂਤੀ ਸੰਮੇਲਨ ਦੂਜੇ ਯੁੱਧ ਦਾ ਬੀ ਸੀਗਾ, ਭਾਵ ਦੂਜਾ ਯੁੱਧ ਉਹਦੀ ਪਤਾ ਲੱਗ ਗਿਆ ਸੀ ਕਿ ਜਿਹੜਾ ਹੋਊਗਾ। ਤੇ ਵਰਸਾਏ ਦੀ ਸੰਧੀ ਹੈ ਜਿਹੜੀ ਉਹ ਇੱਥੇ ਮੋਹਰ ਲੱਗ ਜਾਂਦੀ ਹੈ ਕਿ ਦੂਜਾ ਯੁੱਧ ਹੋਣਾ ਹੀ ਹੋਣਾ ਕਿਸੇ ਨਾ ਕਿਸੇ ਟਾਈਮ ਤੇ। 28 ਜੂਨ 1919 ਨੂੰ ਵਰਸਾਏ ਦੀ ਸੰਧੀ ਹੁੰਦੀ ਆ। ਬਰਾਊਨ ਸ਼ਰਟ ਦੇ ਨਾਂ ਨਾਲ ਨਾਜੀ ਜਾਣੇ ਜਾਂਦੇ ਆ। ਉਸ ਤੋਂ ਬਾਅਦ ਜਿਹੜੇ ਹੈਗੇ ਨਾਜੀਵਾਦ ਤੇ ਫਾਸੀਵਾਦ ਜਿਹੜੇ ਹੈਗੇ ਫੈਸਿਸਟ ਦਾ ਜਨਮ ਹੁੰਦਾ ਨਾ, ਬਰਾਊਨ ਸ਼ਰਟ ਵਾਲਿਆਂ ਨੂੰ ਨਾਜੀ ਕਿਹਾ ਜਾਂਦਾ ਹੈ ਤੇ ਕਾਲੀ ਕਮੀਜ਼ ਦੇ ਨਾਂ ਨਾਲ ਫਾਸੀ ਜਾਣੇ ਜਾਂਦੇ ਆ, ਇਹਨਾਂ ਨੂੰ ਫੈਸਿਸਟ ਕਿਹਾ ਜਾਂਦਾ ਨਾ। ਦੋਨੋਂ ਦਲ ਜਰਮਨੀ ਤੇ ਜਾਪਾਨ ਦੇ। ਤੇ ਅੱਗੇ ਹੈਗਾ ਜੀ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਰੂਸ ਵਿੱਚ ਜਿਹੜਾ ਹੈਗਾ ਜ਼ੋਰ ਦਾ ਸ਼ਾਸਨ ਸੀਗਾ। ਵਰਸਾਏ ਦੀ ਸੰਧੀ ਨੂੰ ਦੂਜੇ ਵਿਸ਼ਵ ਯੁੱਧ ਦੀ ਜੜ ਕਿਹਾ ਜਾਂਦਾ ਹੈ, ਠੀਕ ਹੈ ਜੀ। ਵਰਸਾਏ ਦੀ ਸੰਧੀ ਜਿਹੜੀ ਕੀ ਹੈ, ਦੂਜੇ ਵਿਸ਼ਵ ਯੁੱਧ ਦੀ ਜੜ ਹੈ। ਤੇ ਬੀ ਹੈਗਾ ਜੀ ਪੈਰਿਸ ਦਾ ਸ਼ਾਂਤੀ ਸੰਮੇਲਨ। ਅੱਗੇ ਹੈ ਜੀ ਰੂਸ 1935 ਈਸਵੀ ਦੇ ਵਿੱਚ ਰਾਸ਼ਟਰ ਸੰਘ ਦਾ ਮੈਂਬਰ ਬਣਦਾ ਹੈ। ਅਮਰੀਕਾ ਰਾਸ਼ਟਰ ਸੰਘ ਦਾ ਮੈਂਬਰ ਨਹੀਂ ਬਣਦਾ, ਇਹ ਕਦੇ ਵੀ ਨਹੀਂ ਬਣਦਾ। ਐਂ ਵੀ ਪੁੱਛਿਆ ਜਾ ਸਕਦਾ ਕਿ ਉਹ ਕਿਹੜਾ ਦੇਸ਼ ਸੀ ਜਿਹੜਾ ਰਾਸ਼ਟਰ ਸੰਘ ਦਾ ਮੈਂਬਰ ਨਹੀਂ ਸੀ, ਤਾਂ ਉਹ ਅਮਰੀਕਾ ਸੀਗਾ ਜੀ। ਅੱਗੇ ਹੈਗਾ ਜੀ ਸਾਡਾ ਤ੍ਰੈਪੱਖੀ ਗੱਠਜੋੜ ਹੁੰਦਾ 1882 ਈਸਵੀ ਨੂੰ ਜਰਮਨੀ, ਆਸਟਰੀਆ ਅਤੇ ਇਟਲੀ ਦੇ ਵਿਚਕਾਰ ਹੋਇਆ ਸੀ। ਇਹ ਗ੍ਰੇਟ ਵਾਰ, ਗਲੋਬਲ ਵਾਰ, ਪਹਿਲੇ ਵਿਸ਼ਵ ਯੁੱਧ ਨੂੰ ਕਿਹਾ ਜਾਂਦਾ, ਕਿਉਂਕਿ ਉਸ ਦੇ ਟਾਈਮ 'ਤੇ ਇਹਨੂੰ ਪਹਿਲਾ ਵਿਸ਼ਵ ਯੁੱਧ ਨਹੀਂ ਕਿਹਾ ਜਾਂਦਾ। ਉਸ ਦੇ ਟਾਈਮ 'ਤੇ ਇਹਨੂੰ ਗ੍ਰੇਟ ਵਾਰ ਜਾਂ ਗਲੋਬਲ ਵਾਰ ਕਿਹਾ ਜਾਂਦਾ। ਪਹਿਲਾ ਵਿਸ਼ਵ ਯੁੱਧ ਦਾ ਨਾਂ ਉਦੋਂ ਪੈਂਦਾ ਜਦੋਂ ਦੂਜਾ ਵਿਸ਼ਵ ਯੁੱਧ ਹੁੰਦਾ, ਠੀਕ ਹੈ ਜੀ। ਅੱਗੇ ਹੈ ਜੀ ਇਸ ਯੁੱਧ ਵਿੱਚ ਜਰਮਨੀ ਬੁਰੀ ਤਰ੍ਹਾਂ ਹਾਰਦਾ ਹੈ। ਆਪਾਂ ਕਰ ਹਟੇ ਇਹ ਕਿਵੇਂ ਉਹਦੇ 'ਤੇ ਜਿਹੜੇ ਹੈਗੇ ਸ਼ਰਤਾਂ ਥੋਪੀਆਂ ਜਾਂਦੀਆਂ। 6 ਅਪ੍ਰੈਲ 1917 ਈਸਵੀ ਨੂੰ ਜਿਹੜਾ ਹੈਗਾ ਅਮਰੀਕਾ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਸ਼ੁਰੂ ਹੁੰਦਾ ਹੈ। ਜਿਹੜਾ ਅਮਰੀਕਾ ਹੈ, ਅਮਰੀਕਾ ਜਾਂ ਆਪਾਂ ਕਹਿ ਦਿੰਦੇ ਹਾਂ ਉਹਨੂੰ, ਤਾਂ ਇਹ 6 ਅਪ੍ਰੈਲ 1917 ਈਸਵੀ ਨੂੰ ਯੁੱਧ ਦੇ ਵਿੱਚ ਸ਼ਾਮਲ ਹੁੰਦਾ ਹੈ। ਵਰਦੂਨ ਦੀ ਲੜਾਈ ਸਭ ਤੋਂ ਲੰਬੀ ਲੜਾਈ ਹੁੰਦੀ ਹੈ ਇਸ ਯੁੱਧ ਦੀ। ਅੱਗੇ ਹੈ ਜੀ ਆਪਣਾ ਦੂਜਾ ਵਿਸ਼ਵ ਯੁੱਧ। ਸੋ ਇਸ ਤਰ੍ਹਾਂ ਜਿਹੜਾ ਇਹ ਪਹਿਲਾ ਵਿਸ਼ਵ ਯੁੱਧ ਹੈ, ਜਦੋਂ ਇਹ ਸਮਾਪਤ ਹੋ ਜਾਂਦਾ ਤਾਂ ਉਸ ਤੋਂ ਬਾਅਦ 'ਚ ਜਿਹੜਾ ਵਰਲਡ ਹੈ, ਸੰਸਾਰ ਦੇ ਵਿੱਚ ਆਰਥਿਕ ਮੰਦਵਾੜਾ ਆਉਂਦਾ ਅਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਉਹ ਇੱਕ ਦੂਜੇ ਰਾਸ਼ਟਰਾਂ ਦੇ ਪ੍ਰਤੀ ਚੱਲੀਆਂ ਜਾਂਦੀਆਂ, ਜਿਹਦੇ ਕਰਕੇ 1939 ਦੇ ਵਿੱਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੁੰਦਾ ਜਿਹੜਾ ਆਪਾਂ ਕਰਨ ਜਾ ਰਹੇ ਹਾਂ। ਇਹਦਾ ਟਾਈਮ ਹੈਗਾ ਜੀ 1939 ਤੋਂ 1945। ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਹੈ ਜਿਹੜਾ ਇਹ 1 ਸਤੰਬਰ 1939 ਨੂੰ ਸ਼ੁਰੂ ਹੁੰਦਾ ਹੈ ਅਤੇ 2 ਸਤੰਬਰ 1945 ਨੂੰ ਸਮਾਪਤ ਹੁੰਦਾ। ਹੁਣ ਦੇਖੋ, ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਜਿਹੜਾ ਹੈਗਾ 1 ਸਤੰਬਰ 1939 ਤੋਂ ਪਹਿਲਾਂ ਪਹਿਲਾ ਵਿਸ਼ਵ ਯੁੱਧ ਹੈ। ਜਦੋਂ ਇਹ ਯੁੱਧ ਸ਼ੁਰੂ ਹੁੰਦਾ ਤਾਂ ਸਮਾਪਤ ਹੁੰਦਾ ਤਾਂ ਫਿਰ ਪਤਾ ਲੱਗਦਾ ਜਿਹੜਾ ਅੰਕੜਿਆਂ ਤੋਂ, ਮੌਤ ਦਰ ਤੋਂ, ਠੀਕ ਹੈ, ਨੁਕਸਾਨ ਕਿੰਨਾ ਹੁੰਦਾ ਜਾਨੀ ਮਾਲੀ, ਤਾਂ ਉਹ ਸਭ ਤੋਂ ਪਤਾ ਇਹ ਲੱਗਦਾ ਹੈ ਕਿ ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਇਹ ਹੈਗਾ ਜਿਹੜਾ ਦੂਜਾ ਵਿਸ਼ਵ ਯੁੱਧ ਸ਼ੁਰੂ ਹੁੰਦਾ 1939 ਦੇ ਈਸਵੀ ਦੇ ਵਿੱਚ। 1 ਸਤੰਬਰ 1939 ਨੂੰ ਇਹ ਯੁੱਧ ਸ਼ੁਰੂ ਹੁੰਦਾ ਅਤੇ 2 ਸਤੰਬਰ 1945 ਨੂੰ ਇਹ ਯੁੱਧ ਹੈ ਜਿਹੜਾ ਉਹ ਸਮਾਪਤ ਹੁੰਦਾ ਹੈ। ਲਗਭਗ 6 ਸਾਲ ਦੇ ਕਰੀਬ ਜਿਹੜਾ ਹੈਗਾ ਇਹ ਯੁੱਧ ਚੱਲਦਾ ਜੀ। ਅੱਗੇ ਹੈ ਜੀ ਇਸ ਯੁੱਧ ਦਾ ਤਤਕਾਲੀਨ ਕਾਰਨ ਕਿਹੜਾ ਕਿ ਜਰਮਨੀ ਹੈ ਜਿਹੜੀ ਉਹ ਪੋਲੈਂਡ 'ਤੇ ਹਮਲਾ ਕਰ ਦਿੰਦੀ ਹੈ। ਜਰਮਨੀ ਦਾ ਉਦੋਂ ਸ਼ਾਸਕ ਕੌਣ ਹੈ ਜੀ? ਹਿਟਲਰ, ਠੀਕ ਹੈ, ਜਿਹਨੂੰ ਤੁਸੀਂ ਸਾਰੇ ਜਾਣਦੇ ਹੋ। ਹਿਟਲਰ ਹੈ ਉਦੋਂ ਦਾ ਸ਼ਾਸਕ ਅਤੇ ਪੋਲੈਂਡ ਦੇ ਉੱਪਰ ਹਮਲਾ ਕਰਦਾ ਹੈ। ਦੂਸਰੇ ਵਿਸ਼ਵ ਯੁੱਧ ਵਿੱਚ 61 ਦੇਸ਼ ਭਾਗ ਲੈਂਦੇ ਹੈਗੇ। ਹਿਟਲਰ ਨੇ 1935 ਈਸਵੀ ਦੇ ਵਿੱਚ ਵਰਸਾਏ ਦੀ ਸੰਧੀ ਹੈ ਜਿਹੜੀ ਉਹ ਤੋੜ ਦਿੰਦਾ, ਕਿਉਂਕਿ ਜਰਮਨੀ ਦੇ ਕਹਿੰਦਾ ਕਿ ਅਧਿਕਾਰ ਹੈ ਜਿਹੜੇ ਉਹ ਬਹੁਤ ਹੀਣਤਾ ਦਿਖਾਈ ਗਈ ਹੈ। ਜਰਮਨੀ ਨੂੰ ਸੰਸਾਰ ਪੱਧਰ 'ਤੇ ਬਹੁਤ ਨੀਚਾ ਦਿਖਾਇਆ ਗਿਆ, ਇਸ ਕਰਕੇ ਇਸ ਸੰਧੀ ਨੂੰ 1935 ਈਸਵੀ ਦੇ ਵਿੱਚ ਤੋੜ ਦਿੰਦਾ ਹੈ। ਦੂਜੀ ਗੱਲ ਕੀ ਹੈ ਕਿ ਇਸ ਟਾਈਮ 'ਤੇ 1935 ਅਤੇ 40 ਦੇ ਟਾਈਮ ਦੇ ਦਰਮਿਆਨ 1930 ਤੋਂ ਲੈ ਕੇ ਲਗਭਗ ਰਾਸ਼ਟਰਵਾਦ ਦੀ ਭਾਵਨਾ ਜਿਹੜੀ ਉਹ ਬਹੁਤ ਉਤਪੰਨ ਹੁੰਦੀ ਹੈ ਅਤੇ ਹਿਟਲਰ ਦੀ ਅਗਵਾਈ ਦੇ ਵਿੱਚ ਖਾਸ ਕਰਕੇ ਰਾਸ਼ਟਰਵਾਦ ਹੈ ਜਿਹੜਾ ਉਹ ਜਰਮਨੀ ਦੇ ਵਿੱਚ ਬਹੁਤ ਪਰਪੱਕ ਹੁੰਦਾ ਹੈ, ਆਪਦੀਆਂ ਜੜ੍ਹਾਂ ਬਹੁਤ ਮਜ਼ਬੂਤ ਕਰਦਾ। ਰਾਸ਼ਟਰ ਦੇ ਲਈ, ਰਾਸ਼ਟਰ ਦੇ ਮਾਨ ਸਨਮਾਨ ਦੇ ਲਈ ਜਿਹੜੇ ਹੈਗੇ ਲੋਕ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਆ, ਪੂਰੇ ਯੂਰਪ ਦੇ ਵਿੱਚ ਖਾਸ ਕਰਕੇ। ਅਮਰੀਕਾ ਨੇ ਜਾਪਾਨ ਦੇ ਸ਼ਹਿਰਾਂ 'ਤੇ ਜਦੋਂ ਇਹ ਯੁੱਧ ਵੱਧਦਾ ਹੈ ਨਾ, ਕਿਸੇ ਪਾਸਿਓਂ ਵੀ ਨਹੀਂ ਰੁਕਦਾ ਅਤੇ ਤਾਬੜ ਤੋੜ ਹਮਲੇ ਹੁੰਦੇ ਹੈ, ਤਾਂ ਜਿਹੜਾ ਅਮਰੀਕਾ ਉਹ ਜਾਪਾਨ ਦੇ ਜਿਹੜੇ ਸ਼ਹਿਰ ਆ ਉੱਤੇ 6 ਅਗਸਤ 1945 ਈਸਵੀ ਨੂੰ ਬੰਬ ਸੁੱਟਦਾ, ਜਿਸ ਦਾ ਨਾਮ ਹੈ ਜੀ ਫੈਟਮੈਨ। ਸ਼ਹਿਰ ਦਾ ਨਾਮ ਹੈਗਾ ਹੀਰੋਸ਼ੀਮਾ। ਅਤੇ 9 ਅਗਸਤ 1945 ਨੂੰ ਇੱਕ ਹੋਰ ਬੰਬ ਸੁੱਟਦਾ ਜਿਸ ਦਾ ਨਾਮ ਹੈ ਲਿਟਲ ਬੋਏ, ਅਤੇ ਨਾਗਾਸਾਕੀ ਦੇ ਸ਼ਹਿਰ 'ਤੇ ਸੁੱਟਿਆ ਜਾਂਦਾ ਹੈ। ਇਹ ਦੋਨੇ ਪਰਮਾਣੂ ਬੰਬ ਹੁੰਦੇ ਆ ਜੀ। ਇਸ ਤਰ੍ਹਾਂ ਜਾਪਾਨ ਹੈ ਜਿਹੜਾ ਉਹ ਆਤਮ ਸਮਰਪਣ ਕਰ ਦਿੰਦਾ। ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਜਾਨੀ ਨੁਕਸਾਨ ਉਹ ਜਾਪਾਨ ਦਾ ਹੁੰਦਾ ਜੀ। ਅੱਗੇ ਹੈ ਜੀ ਆਪਣਾ ਮੁਸੋਲਿਨੀ ਨੇ ਇਟਲੀ ਵਿੱਚ ਫੈਸਿਸਟ ਦਲ ਦੀ ਸਥਾਪਨਾ ਕੀਤੀ ਸੀ। ਇਹਦਾ ਪੂਰਾ ਨਾਮ ਸੀ ਬੈਨੀਟੋ ਮੁਸੋਲਿਨੀ।
ਮੁਸੋਲਿਨੀ। ਤੇ ਅੱਗੇ ਹੈ ਜੀ ਜਰਮਨੀ ਵਿੱਚ ਨਾਜ਼ੀਵਾਦ ਦੀ ਸਥਾਪਨਾ ਜਿਹੜੀ ਉਹ ਹਿਟਲਰ ਕਰਦਾ। ਸਵਾਸਤਕ ਚਿੰਨ੍ਹ ਹੈ ਜਿਹੜਾ ਇਹਨਾਂ ਦਾ ਨਿਸ਼ਾਨ ਸੀਗਾ, ਇਹ ਲਾਲ ਕਮੀਜ਼ ਪਹਿਨਦੇ ਸੀ, ਇਸ ਕਰਕੇ ਇਹਨਾਂ ਨੂੰ ਰੈੱਡ ਆਰਮੀ ਵੀ ਕਿਹਾ ਜਾਂਦਾ ਸੀ। ਇਹ ਗੱਲਾਂ ਵੀ ਯਾਦ ਰੱਖਣੀਆਂ। ਹਿਟਲਰ ਦੇ ਦਲ ਨੂੰ ਕੀ ਕਿਹਾ ਜਾਂਦਾ ਸੀ? ਰੈੱਡ ਆਰਮੀ, ਲਾਲ ਕਮੀਜ਼, ਇਹਨਾਂ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਅਤੇ ਨਾਜ਼ੀਵਾਦ ਸੀਗਾ ਇਹ, ਨਾਜ਼ੀਵਾਦੀ ਜਿਹੜੇ ਹਿਟਲਰ ਦੇ ਦਲ ਦੇ ਲੋਕ ਸੀਗੇ ਜਾਂ ਜਿਹੜੀ ਇਹਦੀ ਵਿਚਾਰਧਾਰਾ ਸੀ। ਜਰਮਨੀ ਨੇ ਯੁੱਧ ਸ਼ੁਰੂ ਕੀਤਾ ਜੀ 3 ਸਤੰਬਰ 1939 ਈਸਵੀ ਨੂੰ। ਇੰਗਲੈਂਡ ਅਤੇ ਫਰਾਂਸ ਨੇ ਯੁੱਧ ਦੀ ਘੋਸ਼ਣਾ ਕਰਤੀ। ਠੀਕ ਹੈ, 3 ਸਤੰਬਰ 1939 ਨੂੰ ਜਿਹੜਾ ਇੰਗਲੈਂਡ ਅਤੇ ਫਰਾਂਸ ਹੈ ਉਹ ਜਰਮਨੀ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰਦਾ ਹੈ। ਅੱਗੇ ਹੈ ਜੀ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਗੁੱਟ ਸੀਗੇ ਉਹ ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ ਸੀਗੇ। ਮਿੱਤਰ ਰਾਸ਼ਟਰ ਦੇ ਵਿੱਚ ਸੋਵੀਅਤ ਰੂਸ ਸੀ, ਜਿਹਦਾ ਨੇਤਾ ਜੋਸਫ ਸਟਾਲਿਨ ਸੀਗਾ। ਠੀਕ ਹੈ ਜੀ, ਇਹ ਧਿਆਨ ਰੱਖਣਾ, ਸਿੱਧੇ ਆ ਜਾਂਦੇ ਆ ਕੁਐਸਚਨ ਕਿ ਰੂਸ ਦਾ ਨੇਤਾ ਕੌਣ ਸੀ। ਸੋਵੀਅਤ ਰੂਸ ਦਾ ਨੇਤਾ ਜਿਹੜਾ ਉਹ ਜੋਸਫ ਸਟਾਲਿਨ ਸੀ, ਅਤੇ ਜਿਹੜਾ ਅਮਰੀਕਾ ਉਹਦਾ ਨੇਤਾ ਫਰੈਂਕਲਿਨ ਰੂਜ਼ਵੈਲਟ ਸੀਗਾ। ਠੀਕ ਹੈ ਜੀ, ਇਹ ਪਿਛਲੀ ਵਾਰ ਵੀ ਆਇਆ ਹੋਇਆ ਕੁਐਸਚਨ ਮਾਸਟਰ ਕੇਡਰ ਦੇ ਵਿੱਚ। ਫਰੈਂਕਲਿਨ ਰੂਜ਼ਵੈਲਟ ਹੈ ਜਿਹੜਾ ਉਹ ਅਮਰੀਕਾ ਦਾ ਜਿਹੜਾ ਹੈਗਾ ਰਾਸ਼ਟਰਪਤੀ ਹੈ, ਨੇਤਾ ਹੈ। ਅਤੇ ਇੰਗਲੈਂਡ ਦਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਚੈਂਬਰਲੇਨ ਹੁੰਦਾ। 1940 ਈਸਵੀ ਦੇ ਵਿੱਚ ਜਿਹੜਾ ਹੈਗਾ ਇਹ ਅਸਤੀਫਾ ਦੇ ਦਿੰਦਾ ਜੀ, ਅਤੇ ਉਸ ਤੋਂ ਬਾਅਦ 'ਚ ਜਿਹੜਾ ਹੈਗਾ ਚਰਚਿਲ ਪ੍ਰਧਾਨ ਮੰਤਰੀ ਬਣਦਾ। ਸਭ ਤੋਂ ਪਹਿਲਾਂ ਜਿਹੜਾ ਹੈਗਾ ਜਦੋਂ ਇਹ ਯੁੱਧ ਸ਼ੁਰੂ ਹੁੰਦਾ ਤਾਂ ਉਦੋਂ ਇੰਗਲੈਂਡ ਦਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਉਹ ਚੈਂਬਰਲੇਨ ਹੈ, ਉਸ ਤੋਂ ਬਾਅਦ 'ਚ ਚਰਚਿਲ ਹੈ। ਅੱਗੇ ਹੈ ਜੀ ਚੀਨ। ਚੀਨ ਦਾ ਜਿਹੜਾ ਹੈਗਾ ਚਿਆਂਗ ਕੋਸ਼ੇਕ ਹੈ ਨੇਤਾ। ਫਰਾਂਸ ਅਤੇ ਪੋਲੈਂਡ ਦਾ ਚਾਰਲਸ ਡੇ ਗੋਲੇ ਹੈ, ਅਤੇ ਵਾਡੀਆਸੋ ਸਕੋਰਸੀ ਪੋਲੈਂਡ ਦਾ ਹੈਗਾ ਨੇਤਾ। ਅੱਗੇ ਹੈ ਜੀ ਧੁਰੀ ਰਾਸ਼ਟਰ ਜਿਹੜੇ ਸਾਡੇ ਕੋਲ, ਉਹਦੇ ਵਿੱਚ ਜਰਮਨੀ ਦਾ ਨੇਤਾ ਹਿਟਲਰ ਹੈ, ਅਤੇ ਇਟਲੀ ਦਾ ਨੇਤਾ ਮੁਸੋਲਿਨੀ ਹੈ, ਜਪਾਨ ਦਾ ਨੇਤਾ ਹੀਰੋਹਿਨੋ ਹੈ। 8 ਦਸੰਬਰ 1941 ਈਸਵੀ ਨੂੰ ਅਮਰੀਕਾ ਨੇ ਜਪਾਨ ਦੇ ਵਿਰੁੱਧ ਜਿਹੜਾ ਹੈਗਾ ਯੁੱਧ ਸ਼ੁਰੂ ਕੀਤਾ। ਭਾਵ ਅਮਰੀਕਾ ਜਿਹੜਾ ਉਹ 8 ਦਸੰਬਰ 1941 ਈਸਵੀ ਨੂੰ ਯੁੱਧ ਦੇ ਵਿੱਚ ਕੁੱਦ ਪੈਂਦਾ। ਜਦੋਂ ਕੀ ਕਰਦੇ ਆ ਕਿ ਜਪਾਨ ਵਾਲੇ ਜਿਹੜਾ ਹੁੰਦਾ ਇਹਨਾਂ ਦਾ ਜਹਾਜ਼ੀ ਬੇੜਾ ਉਹ 'ਤੇ ਅਟੈਕ ਕਰਦੇ ਹੁੰਦੇ ਆ, ਇਸ ਕਰਕੇ ਜਿਹੜਾ ਅਮਰੀਕਾ ਉਹ ਜਪਾਨ ਦੇ ਵਿਰੁੱਧ ਯੁੱਧ ਸ਼ੁਰੂ ਕਰਦਾ। ਸਤੰਬਰ 1940 ਨੂੰ ਜਰਮਨੀ, ਇਟਲੀ, ਜਪਾਨ ਦਾ ਸਮਝੌਤਾ ਹੋ ਜਾਂਦਾ ਜੀ। 22 ਜੂਨ 1941 ਈਸਵੀ ਨੂੰ ਹਿਟਲਰ ਦਾ ਰੂਸ 'ਤੇ ਹਮਲਾ ਹੋਇਆ, ਜਿਸ ਵਿੱਚ ਜਿਹੜਾ ਬਾਰਬੋਸਾ ਆਪਰੇਸ਼ਨ, ਜਿਹਨੂੰ ਬਾਰਬੋਸਾ ਆਪਰੇਸ਼ਨ ਕਿਹਾ ਜਾਂਦਾ। ਜਦੋਂ ਹਿਟਲਰ ਹੈ ਜਿਹੜਾ ਰੂਸ 'ਤੇ ਅਟੈਕ ਕਰਦਾ ਤਾਂ ਉਸ ਅਟੈਕ ਨੂੰ ਜਾਂ ਉਸ ਆਪਰੇਸ਼ਨ ਨੂੰ ਬਾਰਬੋਸਾ ਆਪਰੇਸ਼ਨ ਕਿਹਾ ਜਾਂਦਾ। ਯਾਦ ਰੱਖਣਾ, ਸਿੱਧਾ ਆ ਜਾਂਦਾ ਕਈ ਵਾਰ ਕੁਐਸਚਨ, ਬਾਰਬੋਸਾ ਆਪਰੇਸ਼ਨ ਕਦੋਂ ਹੋਇਆ? ਤਾਂ 22 ਜੂਨ 1941 ਈਸਵੀ ਨੂੰ। ਤਾਂ ਕਿਹਨੇ ਸ਼ੁਰੂ ਕੀਤਾ ਸੀ? ਇਹ ਹਿਟਲਰ ਨੇ। ਕਿਹਦੇ ਨਾਲ ਸੰਬੰਧ ਹੈ? ਇਹ ਹਿਟਲਰ ਦੇ ਰੂਸ 'ਤੇ ਹਮਲੇ ਦੇ ਨਾਲ ਸੰਬੰਧ ਹੈ। ਅੱਗੇ ਹੈ ਜੀ ਸਾਡਾ 21 ਜੂਨ 1940 ਈਸਵੀ ਨੂੰ ਜਿਹੜਾ ਹੈਗਾ ਫਰਾਂਸ ਨੇ ਆਤਮ ਸਮਰਪਣ ਕੀਤਾ ਜਿਹੜਾ ਹੈਗਾ ਹਿਟਲਰ ਦੇ ਕੋਲ। 21 ਜੂਨ 1940 ਈਸਵੀ ਨੂੰ ਜਿਹੜਾ ਹੈਗਾ ਫਰਾਂਸ ਉਹ ਯੁੱਧ ਹਾਰ ਜਾਂਦਾ ਅਤੇ ਹਿਟਲਰ ਦੇ ਕੋਲ ਆਤਮ ਸਮਰਪਣ ਕਰ ਦਿੰਦਾ। ਜਰਮਨੀ ਹੈ ਜਿਹੜੀ, ਇਟਲੀ ਅਤੇ ਜਪਾਨ ਨੂੰ ਐਕਸਿਸ ਪਾਵਰ ਕਿਹਾ ਜਾਂਦਾ। ਇਹਨਾਂ ਤਿੰਨਾਂ ਦੇਸ਼ਾਂ ਨੂੰ, ਜਰਮਨੀ, ਇਟਲੀ ਅਤੇ ਜਪਾਨ ਨੂੰ ਐਕਸਿਸ ਪਾਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਐਕਸਿਸ ਪਾਵਰ ਨਾਲ ਸੰਬੰਧਿਤ ਦੇਸ਼ ਕਿਹੜੇ ਕਿਹੜੇ ਹਨ? ਜਰਮਨੀ, ਇਟਲੀ ਅਤੇ ਜਪਾਨ। 24 ਅਕਤੂਬਰ 1945 ਈਸਵੀ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੁੰਦੀ ਹੈ ਜੀ। ਠੀਕ ਹੈ ਜੀ, ਇਹ ਬਹੁਤ ਵੱਡੀ ਘਟਨਾ ਹੁੰਦੀ ਹੈ ਜਦੋਂ ਯੁੱਧ ਸਮਾਪਤ ਹੁੰਦਾ। 24 ਅਕਤੂਬਰ 1945 ਈਸਵੀ ਨੂੰ ਇਹਦਾ ਮੁੱਖ ਉਦੇਸ਼ ਹੁੰਦਾ ਸੰਯੁਕਤ ਰਾਸ਼ਟਰ ਸੰਘ ਦਾ ਕਿ ਅੱਗੇ ਤੋਂ ਸੰਸਾਰ ਦੇ ਵਿੱਚ ਕੋਈ ਵੀ ਇਹੋ ਜਿਹਾ ਯੁੱਧ ਨਾ ਹੋਵੇ ਜਿਸ ਦੇ ਨਾਲ ਏਡਾ ਵੱਡਾ ਨੁਕਸਾਨ ਹੋਵੇ। ਤਾਂ ਕਰਕੇ ਇੱਕ ਸਮਝੌਤੇ ਆ ਜਿਹੜੇ ਨਵੇਂ ਜਿਹੜੇ ਲਾਜ਼ ਹੈ ਉਹ ਬਣਾਏ ਜਾਂਦੇ ਆ, ਸੰਸਾਰ ਦੇ ਵਿੱਚ ਲਾਗੂ ਕੀਤੇ ਜਾਂਦੇ ਆ। ਤਾਂ ਸੰਯੁਕਤ ਰਾਸ਼ਟਰ ਸੰਘ ਦੀਆਂ ਹੋਰ ਇਕਾਈਆਂ ਜਿਹੜੀਆਂ ਇਹਨਾਂ ਬਾਰੇ ਆਪਾਂ ਜਾਣਾਂਗੇ ਜੀ, ਇਹਨਾਂ ਦੇ ਵਿੱਚੋਂ ਅੱਗੇ ਕੁਐਸਚਨ ਆਏ ਹੋਏ ਆ ਪਿਛਲੀ ਵਾਰ, ਤਾਂ ਕਰਕੇ ਇਹਨਾਂ ਨੂੰ ਕਰ ਰਹੇ ਹਾਂ। WHO ਹੈ ਵਿਸ਼ਵ ਸਿਹਤ ਸੰਗਠਨ, ਵਰਲਡ ਹੈਲਥ ਆਰਗੇਨਾਈਜੇਸ਼ਨ। ਇਹਦੀ ਸਥਾਪਨਾ 7 ਅਪ੍ਰੈਲ 1948 ਨੂੰ ਹੁੰਦੀ ਹੈ ਜੀ। ਇਹਦਾ ਮੁੱਖ ਦਫ਼ਤਰ ਹੈ ਜਿਹੜਾ ਉਹ ਸਵਿਟਜ਼ਰਲੈਂਡ ਸ਼ਹਿਰ ਦੇ ਜਨੇਵਾ ਵਿੱਚ ਹੈ। ਅੱਗੇ ਹੈਗਾ ਜੀ UNICEF, ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਬਾਲ ਸੰਕਟਕਾਲੀਨ ਫੰਡ ਦੀ ਸਥਾਪਨਾ ਜਿਹੜੀ 1946 ਈਸਵੀ ਦੇ ਵਿੱਚ ਹੁੰਦੀ ਹੈ, ਇਸ ਦੀ, ਜਿਹਨੂੰ ਆਪਾਂ ਜਨੈਕਸਪ ਕਹਿੰਦੇ ਹਾਂ। ਅੱਗੇ ਹੈ ਜੀ ਸਾਡਾ ਜਨੈਸਕੋ। ਜਿਹੜਾ ਜਨੈਸਕੋ ਹੈ, ਕੁਐਸਚਨ ਆਇਆ ਹੋਇਆ ਪਿਛਲੀ ਵਾਰ। ਸੰਯੁਕਤ ਰਾਸ਼ਟਰ ਵਿੱਦਿਅਕ ਅਤੇ ਸੱਭਿਆਚਾਰਕ ਸੰਗਠਨ ਹੈ ਇਹਦੀ ਸਥਾਪਨਾ 4 ਨਵੰਬਰ 1946 ਈਸਵੀ ਨੂੰ ਹੁੰਦੀ ਹੈ। ਮੁੱਖ ਦਫ਼ਤਰ ਹੈ ਇਹਦਾ ਜਿਹੜਾ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਹੈ। ਠੀਕ ਹੈ ਜੀ, ਜਿਹੜਾ ਦੇਸ਼ ਹੈ ਉਹ ਫਰਾਂਸ ਹੈ ਅਤੇ ਰਾਜਧਾਨੀ ਕਿਹੜੀ ਹੈ? ਪੈਰਿਸ। ਅੱਗੇ ਹੈ ਜੀ ਆਪਣਾ ਜਿਹੜਾ ILO ਅੰਤਰਰਾਸ਼ਟਰੀ ਮਜ਼ਦੂਰ ਸੰਘ ਹੈਗਾ। ਇਹਦੀ ਸਥਾਪਨਾ 1919 ਈਸਵੀ ਦੇ ਵਿੱਚ ਵਰਸਾਏ ਦੀ ਸੰਧੀ ਤਹਿਤ ਰਾਸ਼ਟਰ ਸੰਘ ਵੱਲੋਂ ਕੀਤੀ ਗਈ ਸੀ। ਅਤੇ ਜਦੋਂ ਇਹ ਆਪਣਾ ਹੈਗਾ ਜਿਹੜਾ ਰਾਸ਼ਟਰ ਸੰਘ ਬਣਦਾ, ਸੰਯੁਕਤ ਰਾਸ਼ਟਰ ਸੰਘ ਬਣਦਾ ਹੈਗਾ 1945 ਤਾਂ ਉਸ ਤੋਂ ਬਾਅਦ 'ਚ ਜ਼ਿਆਦਾ ਜਿਹੜਾ ਹੈਗਾ ਐਕਟੀਵੇਟ ਹੁੰਦਾ, ਜ਼ਿਆਦਾ ਜਿਹੜਾ ਹੈਗਾ ਪ੍ਰਫੁੱਲਤ ਹੋ ਜਾਂਦਾ। ਜ਼ਿਆਦਾ ਭਾਵ ਆਪਾਂ ਕਹਿ ਸਕਦੇ ਹਾਂ ਕਿ
ਜਿਹੜਾ ਹੈਗਾ ਸੰਸਾਰ ਦੇ ਵਿੱਚ ਵਰਕ ਕਰਨ ਲੱਗ ਜਾਂਦਾ। ਸੋ ਇਹ ਸੀਗੇ ਜੀ ਆਪਣੇ ਜਿਹੜੇ ਵਰਲਡ ਵਾਰ ਪਹਿਲੀ ਅਤੇ ਵਰਲਡ ਵਾਰ ਦੂਜੀ। ਇਸ ਦੇ ਨਾਲ ਆਪਣਾ ਜਿਹੜਾ ਹੈਗਾ ਮਾਸਟਰ ਕੇਡਰ ਦਾ ਉਹ ਵਿਸ਼ਵ ਇਤਿਹਾਸ ਉਹ ਕੰਪਲੀਟ ਹੋ ਚੁੱਕਿਆ। ਤੁਸੀਂ ਸਾਡੇ ਨਾਲ ਜੁੜੇ ਰਹੋ। ਇਸੇ ਤਰ੍ਹਾਂ ਆਪਾਂ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਸਾਡਾ ਚੈਨਲ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ।